ਤੁਹਾਨੂੰ ਫਿਰ ਕਿਸ ਤਰ੍ਹਾਂ ਮਿਲ ਗਿਆ ਆਸਾਨੀ ਨਾਲ? ਤੁਸੀਂ ਕਹਿੰਦੇ ਹਰ ਬੰਦੇ ਕੋਈ ਕਹਾਣੀ ਸੁਣਾਉਂਦੇ, ਤੁਹਾਡਾ ਕਿਸ ਪ੍ਰਕਾਰ ਹੋਇਆ, ਕਿਸ ਤਰ੍ਹਾਂ ਪੇਪਰ ਮਿਲ ਗਏ ਤੁਹਾਨੂੰ? ਅੱਛਾ, ਇੱਕ ਬੜੀ ਚੀਜ਼ ਹੈ, ਸਾਡੇ ਬੰਦੇ ਗੋਰੀਆਂ ਵੇਖ ਕੇ ਪਤਾ ਉਂਝ ਪਾਗਲ ਹੋ ਜਾਂਦੇ ਨੇ, ਆਹ ਮੇਰੇ ਜੱਠੀ ਆਵਾਮ ਹੈ, ਤੇ ਇੱਥੇ ਵੀ ਜ਼ਾਹਰ ਹੈ ਪੈਂਟ ਵਾਲੀ ਜਨਾਨੀ ਵੇਖ, ਜਿਹੜੇ ਆਮ ਸਾਡੇ ਮੰਡੀ ਗੁਜਰਾਤ ਦੇ ਜਿਹੜੇ ਆਮ ਬੰਦੇ ਵਰਕਰ ਟੈਪ ਕਹਿ ਲਓ, ਲੇਬਰ ਕਹਿ ਲਓ, ਤੇ ਫੈਕਟਰੀ 'ਚ ਕੰਮ ਕਰਦੇ ਨੇ ਜਾਂ ਜ਼ਮੀਨਾਂ 'ਚ ਅੱਗੇ ਪਿੱਛੇ, ਕਿਹੜਾ ਕੰਮ ਇੱਕ ਅੱਛਾ सूटेबल ਜਿਹੜਾ ਬੰਦੇ ਨੂੰ ਜਿਹੜੀ ਚੀਜ਼ ਕੋਸ਼ਿਸ਼ ਪਹਿਲੇ ਤੇ ਕਰਨੀ ਚਾਹੀਦੀ, ਜਿਹੜੇ ਸਾਡੇ ਆਪਣੇ ਦੇਸੀ ਜੀ ਨੇ ਉਹਨਾਂ ਕੋਲ ਸਾਨੂੰ ਕੰਮ ਨਹੀਂ ਕਰਨਾ ਚਾਹੀਦਾ। ਪੈਰ ਵੱਟੇ ਨੇ ਤੇ ਇਹਨਾਂ ਨੂੰ ਕੋਈ ਸਪੋਰਟ ਕਰੀ ਅਸੀਂ, ਉਹਨੂੰ ਕਹਿੰਦੇ ਨੇ ਜੇ ਹਰ ਬੰਦੇ ਤੇ ਇਹਨਾਂ ਦੀ ਉੱਥੇ ਵੈਰ ਹੈ ਤੇ ਜਿਉਂਦੇ ਕਿਵੇਂ? ਤੇ ਇਟਲੀ ਜਿਸ ਟਾਈਮ ਪਹੁੰਚਦੇ ਨੇ ਡੰਗੇ ਤੋਂ ਬਾਅਦ, ਉਹ ਕੀ ਮਾਮਲਾ ਹੁੰਦੇ? ਇਟਲੀ ਜੈਸੇ ਪਹੁੰਚੀ ਹੈ ਨਾ, ਇਟਲੀ ਪਹੁੰਚਦਿਆਂ ਸਾਰ ਤੁਹਾਡੇ ਕੋਲ ਦੋ ਆਪਸ਼ਨ ਆ ਜਾਂ ਹੁਣ ਤਾਂ ਖੈਰ ਇੱਕ ਹੀ ਆਪਸ਼ਨ ਰਹਿ ਗਿਆ। ਜਿੱਦਣ ਅਸੀਂ ਗਏ ਆ, ਮੈਂ ਬਜ਼ਾਤ ਖੁਦ ਜਿੱਦਣ ਗਿਆ ਉਦੋਂ ਦੋ ਆਪਸ਼ਨ ਆ ਜਾਂਦੇ ਨੇ। ਕੈਂਪ ਦੇ ਛੱਡਦੇ ਸਾਂ, ਕੈਂਪ ਦੇ ਛੱਡਦੇ ਨੇ। ਕੈਂਪ ਵਿੱਚ ਇਹ ਹੁੰਦਾ ਕਿ ਰੋਟੀ ਰਿਹਾਇਸ਼ ਉਹਨਾਂ ਦੀ ਹੁੰਦੀ ਹੈ ਉੱਥੇ, ਅਗਰ ਚਾਹੇ ਬੰਦਾ ਕੋਈ ਪੜ੍ਹਨਾ ਲਿਖਣਾ ਪੜ੍ਹ ਲਿਖ ਵੀ ਸਕਦਾ ਹੈ, ਜੇ ਕੋਈ ਕੰਮ ਉਸ ਹਿਸਾਬ ਦਾ ਕਰਨਾ ਚਾਹੇ ਜਿਹੜਾ ਬੰਦੇ ਨੂੰ ਪਸੰਦ ਹੈ ਉਹ ਕਰ ਸਕਦਾ। ਲੇਕਿਨ ਹੁਣ ਅੱਜ ਕੱਲ੍ਹ ਕਾਫੀ ਸਾਰੇ ਮੁਸ਼ਕਲ ਕਰ ਛੜੇ ਨੇ। ਹੁਣ ਨਿਰੀ ਉਹਨਾਂ ਓਪਨ ਜ਼ੀਲ ਕਰ ਛੜੀ ਹੈ ਕਿ ਉਹਦੇ 'ਚ ਨਹੀਂ ਕੋਈ ਦੂਜਾ ਕੋਈ ਸਿਸਟਮ ਉਹਨਾਂ ਰਹਿਣ ਦਿੱਤੀ ਆ, ਹੁਣ ਉਹ ਖਾਲੀ ਓਪਨ ਹੀ ਕਰੀ ਦੀ ਹੈ, ਤੇ ਓਪਨ ਵਿੱਚ ਨਹੀਂ ਉਹ ਫਿਰ ਅੱਗੇ ਵਾਲਾ ਸੈਟਅਪ ਰਿਹਾ। ਤੇ ਦੂਸਰਾ ਇਹ ਜਾਣਦੇ ਕਿ ਇਟਲੀ ਦੇ ਇਸ ਵਕਤ ਜਿਹੜੇ ਹਾਲਾਤ ਨੇ ਮੌਜੂਦਾ ਜੀ, ਠੀਕ ਹੈ, ਜਿਹੜੇ ਕੰਮ ਕਾਜ ਦੇ ਬਾਰੇ ਨਾ ਕਹਿ ਲਓ, ਜਾਂ ਉੱਥੇ ਜਿਹੜੇ ਬੰਦਾ ਜਾਂਦਾ ਹੈ ਪੇਪਰ ਸ਼ੇਪਰ ਬਣ ਜਾਂਦੇ ਜਾਂ ਪੇਪਰ ਕਿਸ ਤਰ੍ਹਾਂ ਬਣਵਾਉਣੇ ਨੇ, ਜਾਂ ਸਾਰੇ ਜਿਹੜੇ ਪ੍ਰੋਸੈਸ ਨੂੰ ਤਾਂ ਵੇਖੇ ਨੇ ਜਾ ਕੇ, ਗੁਜ਼ਰੇ ਨਹੀਂ ਹੁਣ ਸੂਰਤ ਹਾਲ ਕੇ ਤੁਹਾਨੂੰ 4-5 ਸਾਲ ਹੋ ਗਏ ਉੱਥੇ, ਉਹ ਸਾਰੇ ਦੱਸੋ ਤਾਂ ਕਿ ਜਿਹੜੇ ਵੇਖਣ ਵਾਲੇ ਬੰਦੇ ਨੇ ਉਹਨਾਂ ਨੂੰ ਮਾਲੂਮਾਤ ਮਿਲ ਸਕੇ ਜੀ। ਇਟਲੀ ਜਾ ਕੇ ਜਿਹੜਾ ਹੈ ਨਾ ਪ੍ਰੋਸੈਸ ਪੇਪਰਾਂ ਵਾਲਾ, ਉਹ ਅਗਰ ਦੂਜੇ ਮੁਲਕਾਂ ਦੀ ਯੂਰਪ ਦੇ ਮੁਲਕਾਂ ਦਾ ਹਿਸਾਬ ਲਾਈਏ ਨਾ, ਤਾਂ ਮੈਂ 3 ਮੁਲਕ ਕਹਾਂਗਾ ਜਿਹੜੇ ਕਿ ਸਾਡੇ ਵਾਸਤੇ ਠੀਕ ਨੇ। ਇੱਕ ਇਟਲੀ, ਇੱਕ ਸਪੇਨ, ਇੱਕ ਪੁਰਤਗਾਲ। ਬੇਸਿਕ ਅਸੀਂ ਹਰ ਬੰਦੇ ਦੀ ਸਾਡੀ ਸੋਚ ਹੁੰਦੀ ਹੈ ਕਿ ਰੁਪਈਆ ਕਮਾਉਣਾ। ਰੁਪਈਆ ਚਲੋ ਤਿੰਨਾਂ ਮੁਲਕਾਂ ਜਿੰਨੀ ਦੇਰ ਤੱਕ ਪੇਪਰ ਨਹੀਂ ਨਾ, ਦੂਜਿਆਂ ਦੀ ਨਿਸਬਤ ਸਭ ਤੋਂ ਜ਼ਿਆਦਾ ਇਟਲੀ 'ਚ ਆ ਜਾਂਦਾ, ਪੁਰਤਗਾਲ ਦੀ ਸਪੇਨ ਦੀ ਨਿਸਬਤ ਇਟਲੀ 'ਚ ਜ਼ਿਆਦਾ ਆ ਜਾਂਦਾ। ਠੀਕ ਹੈ ਕਿ ਬੇਸਿਕ ਹੁੰਦੀ ਸਾਡੀ ਬੁਨਿਆਦ ਪੇਪਰ। ਹਰ ਬੰਦੇ ਦੀ ਖੁਆਇਸ਼ ਵੀ ਇਹ ਹੀ ਹੈ ਕਿ ਸਾਨੂੰ ਪੇਪਰ ਲੱਭਣ, ਕਿਉਂ ਜਾਂਦੇ ਵੀ ਅਸੀਂ ਇਸ ਗੱਲਾਂ 'ਚ ਤਾਂ ਪੈਣਾ, ਭਰਾ ਮਾਂ ਪਿਓ ਸਭ ਕੁਝ ਛੱਡ ਕੇ ਅਸੀਂ ਜਾਂਦੇ ਹਾਂ ਯਾਰ ਬੇਲੀ ਉੱਥੇ ਜਾਂਦੇ ਹਾਂ। ਤੇ ਇਹ 3 ਮੁਲਕ ਹੀ ਨੇ ਜਿਹੜੇ ਸਨ ਕਰ ਸਕਦੇ ਨੇ ਜਿਨ੍ਹਾਂ ਵਿੱਚ, ਔਰ ਉਹਨਾਂ 'ਚੋਂ ਯੂਰਪ ਦੇ ਜੋ ਅਗਰ 3 ਕੱਢੀਏ ਕਿ ਸਾਰੇ ਯੂਰਪ 'ਚ 3 ਮੁਲਕ ਸਾਡੇ ਵਾਸਤੇ ਨੇ। ਮੈਂ ਹੁਣ ਇਹ ਨਹੀਂ ਕਹਾਂਗਾ ਕਿ ਮੈਂ ਇਟਲੀ ਹਾਂ ਤੇ ਮੈਂ ਇਟਲੀ ਦੀ ਤਾਰੀਫ ਕਰਾਂਗਾ ਕਿ ਇਟਲੀ ਬੈਸਟ ਹੈ ਸਾਡੇ ਵਾਸਤੇ। ਸਪੇਨ ਨਾਲੋਂ ਤੇ ਪੁਰਤਗਾਲ ਨਾਲੋਂ ਇਟਲੀ ਸੈਲਰੀ ਅੱਛੀ ਹੈ, ਤਨਖਾਹ ਜਿਹੜੀ ਹੈ ਨਾ ਉਹਨਾਂ ਦੀ ਨਿਸਬਤ ਉਹ ਬਿਹਤਰ ਹੈ। ਠੀਕ ਹੋ ਗਏ। ਅੱਛਾ, ਹੁਣ ਇਟਲੀ ਸਾਡੇ ਬੰਦੇ ਬਹੁਤ ਜ਼ਿਆਦਾ ਹੋ ਗਏ ਨੇ, ਪਹਿਲਾਂ ਯੂਨਾਨ ਬੰਦੇ ਬਹੁਤ ਜ਼ਿਆਦਾ ਹੋ ਗਏ ਸੀ, ਫਿਰ ਇਟਲੀ ਚਲੇ ਗਏ, ਸਪੇਨ ਅੱਗੇ ਇੰਗਲੈਂਡ ਨੂੰ ਚਲੇ ਗਏ, ਵਾਟਐਵਰ ਮੁਲਕਾਂ 'ਚ। ਲੇਕਿਨ ਹੁਣ ਜਿਹੜਾ ਪਾਕਿਸਤਾਨੀ ਨੇ ਬਹੁਤ ਜ਼ਿਆਦਾ ਹੋ ਗਏ ਇਟਲੀ। ਬਾਕੀ ਸਾਡਾ ਵੀ ਇਸ ਤਰ੍ਹਾਂ ਹੀ ਹੈ ਕਿ ਸਾਡਾ ਦੋਸਤਾਂ ਨਾਲ ਰਾਬਤਾ ਤਲਕ ਹੈ। ਹੁਣ ਵਡਾਈ ਸਾਹਿਬ ਆਏ ਸੀ, ਉਹ ਇਟਲੀ ਨੇ, ਤੁਸੀਂ ਇਟਲੀ ਹੋ, ਇਸ਼ਫਾਕ ਗੱਲ ਕਰ ਆਏ ਉਹ ਫਲਾਣਾ ਇਟਲੀ, ਮਤਲਬ ਢੇਰ ਬੰਦੇ ਕਾਫੀ ਸਾਰੇ। ਇਹਦੇ ਵਾਲਾ ਦੱਸੋ, ਹੁਣ ਆਵਾਮ ਜ਼ਿਆਦਾ ਹੋਣ ਨਾਲ ਕੋਈ ਮਸਾਇਲ ਤਾਂ ਨਹੀਂ ਹੋਏ? ਜੀ ਆਵਾਮ ਜ਼ਿਆਦਾ ਹੋਣੇ ਨਾਲ ਮਸਾਇਲ ਵਾਲੀ ਗੱਲ ਕੋਈ ਨਹੀਂ ਹੈ, ਅਜੇ ਤੱਕ ਤੇ ਬਿਹਤਰ ਹੀ ਹੈ। ਕੰਮਾਂ ਕਾਜਾਂ ਦੇ ਵੀ ਹਾਲਾਤ ਠੀਕ ਹੀ ਨੇ, ਸਾਰਾ ਕੁਝ। ਅੱਛਾ, ਲੇਕਿਨ ਪੇਪਰਾਂ 'ਚ ਹੈ ਕੋਈ ਮੁਸ਼ਕਲਾਤ ਉਹਨਾਂ ਕੀਤੀਆਂ ਨੇ ਕਿ ਜ਼ਿਆਦਾ ਜੀ ਆਉਣੇ ਦੀ ਵਜ੍ਹਾ ਤੋਂ ਫਿਰ ਇਸ ਚੀਜ਼ ਦੇ ਵਿੱਚ ਨਾ ਕੀਤੀ ਹੈ ਕੋਈ ਸਖਤੀ। ਕੀ ਮੁਸ਼ਕਲਾਤ ਉਹਨਾਂ ਕੀਤੀਆਂ ਨੇ? ਮੁਸ਼ਕਲਾਤ ਉਹਨਾਂ ਨਹੀਂ ਕੀਤੀਆਂ, ਮੁਸ਼ਕਲਾਤ ਸਾਡੀਆਂ ਹੀ ਬਣਾਈਆਂ ਗਈਆਂ ਨੇ ਕਿ ਅਸੀਂ ਹਰ ਬੰਦਾ, ਸਾਡੇ 100 ਬੰਦਾ ਹੈ ਨਾ, 100 ਚੋਂ 90 ਹੀ ਉੱਥੇ ਜਾ ਕੇ ਕੇਸ ਦਿੰਦੇ ਸਨ ਮੈਂ ਭੰਡੀ ਪਾ ਕੇ ਆਇਆ। ਉਹ ਫਿਰ ਉਹਨਾਂ ਚੀਜ਼ਾਂ ਨੂੰ ਸ਼ੁਰੂ 'ਚ ਨਾ ਕੀਤਾ ਕਿ ਕੋਈ ਭੰਡੀਆਂ ਨਾ ਕੀਤੀ ਹੈ, ਝਗੜੇ ਨੇ ਤੇ ਵੈਰ ਵੱਟੇ ਨੇ ਤੇ ਇਹਨਾਂ ਨੂੰ ਕੋਈ ਸਪੋਰਟ ਕਰੀ ਅਸੀਂ। ਹੁਣ ਉਹ ਕਹਿੰਦੇ ਨੇ ਜੇ ਹਰ ਬੰਦੇ ਤੇ ਇਹਨਾਂ ਦੀ ਉੱਥੇ ਵੈਰ ਹੈ ਤੇ ਜਿਉਂਦੇ ਕਿਵੇਂ? ਠੀਕ ਹੈ, ਉਹ ਫਿਰ ਇਹਨਾਂ ਚੀਜ਼ਾਂ ਦੀ ਵਜ੍ਹਾ ਤੋਂ। ਹੋਰ ਬਾਕੀ ਜੇ ਤੁਸੀਂ ਤਰਤੀਬ ਨਾਲ ਕਾਨੂੰਨ ਦੇ ਅਦਾਰੇ ਰਹਿ ਕੇ ਟੁਰੋ ਤੇ ਚੱਲਦਾ ਨਿਜ਼ਾਮ ਬਿਹਤਰੀਨ। ਜਿਹੜੀ ਚੀਜ਼ ਕੋਸ਼ਿਸ਼ ਪਹਿਲੇ ਤੇ ਕਰਨੀ ਚਾਹੀਦੀ, ਜਿਹੜੇ ਸਾਡੇ ਆਪਣੇ ਦੇਸੀ ਜੀ ਨੇ ਉਹਨਾਂ ਕੋਲ ਸਾਨੂੰ ਕੰਮ ਨਹੀਂ ਕਰਨਾ ਚਾਹੀਦਾ। ਮੈਂ ਤੇ ਇਸ ਚੀਜ਼ ਦੇ ਆਖਿਆ, ਲੇਕਿਨ ਸਾਡੇ ਕੋਲ ਪੇਪਰ ਨਹੀਂ ਹੁੰਦੇ ਸੀ, ਲੋਕੀ ਕਰਦੇ ਵੀ ਆ ਜਿਨ੍ਹਾਂ ਕੋਲ ਨਹੀਂ ਹੁੰਦਾ, ਲੇਕਿਨ ਆਪਣੇ ਦੇਸੀਆਂ ਕੋਲ ਕੰਮ ਕਦੀ ਵੀ ਨਾ ਕਰੋ। ਇਹ ਅਕਸਰ ਸੁਣਿਆ ਹੋਇਆ ਕਿ ਫਾਰ ਐਗਜ਼ਾਮਪਲ ਜਿੱਥੇ ਕੋਈ ਤਨਖਾਹਬੰਦੀ 1500 ਯੂਰੋ ਮਤਲਬ 1800 ਵਟਐਵਰ, ਉਹ ਬੰਦੇ ਜਿਹੜੇ 400-500 ਦਿੰਦੇ ਨੇ ਉਹ ਔਖੇ ਹੋਣਗੇ ਜੀ। ਕੋਈ ਸ਼ੱਕ ਨਹੀਂ ਔਖੇ ਹੋਣਗੇ, ਤੇ ਦੇਣ ਫਿਰ ਬੜਾ ਚਾੜਦੇ ਨੇ ਕਿ ਉਹ ਸਾਡੀ ਆਵਾਮ ਨੇ ਇੱਕ ਖੈਰ ਨਾਲ ਬਚਦਿਆਂ ਛੱਡਦਿਆਂ ਰੋਂਦੀ ਬੜੀ ਹੈ। ਜਿਹੜੇ ਸਾਡੇ ਦੇਸੀਆਂ ਦੇ ਉੱਥੇ ਕਾਰੋਬਾਰ ਨੇ ਨਾ, ਇਹ ਜਾਣ ਕੇ ਰੋਂਦੇ ਨੇ ਜ਼ਿਆਦਾ। ਇੱਕ ਹੋਰ ਚੀਜ਼ ਵੇਖੀ ਹੈ ਬੰਦਿਆਂ ਵਿੱਚ ਓਵਰਆਲ ਕਿ ਸਾਡੇ ਬੰਦੇ ਵੇਖੋ, ਇੱਕ ਪਾਕਿਸਤਾਨ ਹੈ, ਮੈਂ ਪਾਕਿਸਤਾਨ ਹਾਂ, ਔਰ ਇੱਥੇ ਬੰਦੇ ਪਾਕਿਸਤਾਨ ਨੇ, ਸਾਡੀ ਜਿੰਨੀ ਆਮਦਨੀ ਤੁਹਾਨੂੰ ਵੀ ਪਤਾ ਹੈ। ਤੇ ਇਟਲੀ ਜਿਸ ਟਾਈਮ ਅਸੀਂ ਟੁਰ ਕੇ ਆਉਂਦਾ ਹੈ ਤੇ ਸਾਡੀ ਇੱਕ ਅੱਛੀ ਆਮਦਨੀ ਹੋ ਜਾਂਦੀ ਹੈ, ਠੀਕ ਠਾਕ ਲੱਖਾਂ 'ਚ ਹੋ ਜਾਂਦੀ ਹੈ।
ਫਿਰ ਵੀ ਕਈ ਲੋਕ ਵੇਖੇ ਨੇ ਕਿ ਉਹਨਾਂ ਦਾ ਤਰੀਕਾਕਾਰ ਇਹ ਰੋਣ ਧੋਣ ਹੀ ਹੈ। ਉਹ ਕੀ ਵਜ੍ਹਾ ਉਹਨਾਂ ਦਾ ਕਿਉਂ ਰੋਣ ਧੋਣ ਨਹੀਂ ਮੁੱਕਦਾ ਹੈ? ਤੁਸੀਂ ਉੱਥੇ ਜਿਹੜਾ ਬੰਦੇ ਵੇਖੋ ਜੀ, ਰੋਣ ਧੋਣ ਜਿਹੜਾ ਬੰਦਾ ਰੱਬ ਦਾ ਸ਼ੁਕਰ ਅਦਾ ਨਹੀਂ ਕਰ ਸਕਦਾ, ਉਹਦਾ ਸਾਰੀ ਉਮਰ ਨਹੀਂ ਪੂਰੀ ਪੈਸੇ ਦੀ ਜਿਹੜਾ ਰੱਬ ਨੇ ਨਹੀਂ ਯਾਦ ਕਰਦਾ, ਉਹਦਾ ਰੋਣ ਧੋਣ ਹੀ ਰਹਿਣਾ। ਜਿਸ ਰੱਬ ਨੇ ਤੇ ਰੱਬ ਦੇ ਹਜ਼ੂਰ ਨੇ ਯਾਦ ਕਰਨਾ, ਉਹਦਾ ਰੋਣ ਧੋਣ ਮੁੱਕ ਜਾਂਦਾ। ਠੀਕ ਹੈ। ਕਾਫੀ ਸਾਰੇ ਨੇ ਜਿਹੜੇ ਹਨ ਜਿਹੜੇ ਆਮ ਸਾਡੇ ਮੰਡੀ ਗੁਜਰਾਤ ਦੇ ਜਿਹੜੇ ਆਮ ਬੰਦੇ ਵਰਕਰ ਟੈਪ ਕਹਿ ਲਓ, ਲੇਬਰ ਕਹਿ ਲਓ, ਤੇ ਫੈਕਟਰੀ 'ਚ ਕੰਮ ਕਰਦੇ ਨੇ ਜਾਂ ਜ਼ਮੀਨਾਂ 'ਚ ਅੱਗੇ ਪਿੱਛੇ, ਕਿਹੜਾ ਕੰਮ ਇੱਕ ਅੱਛਾ ਸਿਊਟੇਬਲ ਜਿਹੜਾ ਬੰਦੇ ਨੂੰ ਕਰਨਾ ਚਾਹੀਦਾ ਤਾਂ ਕਿ ਉਹਦੀ ਅਰਨਿੰਗ ਅੱਛੀ ਹੋ ਜਾਏ, ਉਹਨੂੰ ਅੱਛੀ ਸੈਲਰੀ ਮਿਲੇ? ਅਰਨਿੰਗ ਕੋਸ਼ਿਸ਼ ਕਰਨੀ ਚਾਹੀਦੀ। ਉੱਥੇ ਕੋਈ ਫੈਕਟਰੀ ਲਾਈਨ 'ਚ ਕੋਈ ਕੰਮ ਮਿਲੇ ਤੇ ਉਹ ਬਿਹਤਰ ਹੁੰਦਾ। ਫੈਕਟਰੀ ਲਾਈਨ 'ਚ ਜਾਂ ਮੈਗਜ਼ੀਨ 'ਚ, ਠੀਕ ਹੈ, ਉਹ ਬਿਹਤਰ ਹੁੰਦਾ। ਜ਼ਿਮੀਦਾਰੀ ਦੀ ਜਾਂ ਦੂਜੇ ਕੰਮਾਂ ਦੀ ਨਿਸਬਤ ਉਹ ਬਿਹਤਰੀਨ ਹੁੰਦਾ। ਠੀਕ ਹੈ। ਔਰ ਜਾਂ ਸਾਰਿਆਂ ਤੋਂ ਵੱਡੀ ਚੀਜ਼ ਹੈ ਕੋਈ ਹੁਨਰ ਸਿੱਖ ਲਓ। ਠੀਕ ਹੈ। ਇੱਥੇ ਜਾਂ ਉੱਥੇ ਜਾ ਕੇ ਬੰਦਾ ਕਿਸੇ ਕਿਹੜਾ ਹੁਨਰ ਸੀ ਜਿਹੜਾ ਉੱਥੇ ਜਾ ਕੰਮ ਕਰਦਾ? ਹੁਨਰ ਉੱਥੇ ਵੈਲਡਿੰਗ ਦਾ ਕਰ ਲਓ ਜਾਂ ਮਿਸਤਰੀਆਂ ਦਾ ਕਰ ਲਓ ਜਾਂ ਬਿਜਲੀ ਦਾ ਇਲੈਕਟ੍ਰਿਕ ਦਾ ਕਰ ਲਓ ਕਿਸੇ। ਠੀਕ ਹੈ। ਉਹ ਬਿਹਤਰੀਨ। ਅੱਛਾ, ਇੱਕ ਬੜੀ ਚੀਜ਼ ਹੈ, ਸਾਡੇ ਬੰਦੇ ਗੋਰੀਆਂ ਵੇਖ ਕੇ ਪਤਾ ਉਹ ਪਾਗਲ ਹੋ ਜਾਂਦੇ ਨੇ। ਆਮ ਜਿਹੜੇ ਜੱਠੀ ਆਵਾਮ ਹੈ ਤੇ ਇੱਥੇ ਵੀ ਜ਼ਾਹਰ ਹੈ ਪਿੰਡ ਵਾਲੀ ਜਨਾਨੀ ਵੇਖ ਲਾ ਤਾਂ ਉੱਥੇ ਤਾਂ ਉਹਨਾਂ ਦਾ ਓਪਨ ਮਾਹੌਲ ਹੈ, ਕੁੜੀਆਂ ਬੜੀਆਂ ਸੋਹਣੀਆਂ ਗੋਰੀਆਂ ਜ਼ਾਹਰ ਉਂਝ ਲੱਗਦੀਆਂ ਸਾਡੇ ਬੰਦੇ ਨੂੰ ਸੋਹਣੀਆਂ। ਉਹ ਜਿਹੜਾ ਗੋਰੀਆਂ ਦਾ ਸਿਸਟਮ ਹੈ ਜ਼ਾਹਰ ਹੈ ਉਹ ਰੋਡ 'ਤੇ ਜਾ ਰਹੀ ਆ, ਅੱਗੋਂ ਮੈਨੂੰ ਪਿਆਰ ਦੇ ਦੇ ਛੱਡਦੀਆਂ ਨੇ, ਨਾਲ ਉਹ ਫੋਟੋ ਬਣਵਾ ਲੈਂਦੀਆਂ ਨੇ। ਇੱਥੇ ਬੰਦੇ ਸਮਝਦੇ ਨੇ ਪਰ ਕਿਸੇ ਨਾਲ ਗੋਰੀ ਸੈੱਟ ਹੋ ਗਈ ਹੈ ਜਾ ਕੇ, ਉਹ ਕੀ ਹਿਸਾਬ ਹੁੰਦਾ ਹੈ ਉੱਥੇ ਗੋਰੀਆਂ ਦਾ ਪਾਕਿਸਤਾਨੀਆਂ ਦਾ ਕੀ ਤਲਕ ਹੈ? ਇੱਕ ਸਭ ਤੋਂ ਜ਼ਿਆਦਾ ਨਾ ਸਾਡੇ ਅੰਦਰ ਕਾਫੀ ਸਾਰੀਆਂ ਗਲਤ ਫਹਿਮੀਆਂ ਨੇ, ਔਰ ਸਭ ਤੋਂ ਵੱਡੀ ਚੀਜ਼ ਇਹ ਹੋ ਜਾਂਦੀ ਹੈ ਕਿ ਫਲਾਣੇ ਗੋਰੀ ਸੈੱਟ ਕਰ ਲਈ। ਗੋਰੀ ਨਹੀਂ ਸੈੱਟ ਹੁੰਦੀ, ਨਾ ਔਰਤ ਸੈੱਟ ਹੁੰਦੀ ਹੈ। ਠੀਕ ਹੈ, ਯਾਨੀ ਕਿ ਉਹ ਤੁਹਾਡੇ ਨਾਲ ਨਹੀਂ ਸੈੱਟ ਹੁੰਦੀ, ਉਹਨੇ ਤੁਹਾਨੂੰ ਰੱਖਿਆ ਹੁੰਦਾ। ਹਾਂ, ਔਰਤ ਹੀ ਤੁਹਾਨੂੰ ਰੱਖਿਆ ਜਿੰਨੀ ਦੇਰ ਤੱਕ ਰੱਖ ਸਕੇ। ਠੀਕ ਹੈ। ਤੁਸੀਂ ਨਹੀਂ ਔਰਤ ਨੂੰ ਰੱਖ ਸਕਦੇ। ਉਹ ਇਧਰ ਨਹੀਂ ਆ ਕਿ ਤੁਸੀਂ ਔਰਤ ਨੇ ਰੱਖਿਆ, ਉੱਥੇ ਔਰਤ ਤੁਹਾਨੂੰ ਰੱਖਿਆ। ਉੱਥੇ ਜੇ ਔਰਤ ਦਾ ਨਹੀਂ ਨਾ ਦਿਲ ਤੇ ਤੁਸੀਂ ਕੱਖ ਨਹੀਂ ਕਰ ਸਕਦੇ। ਠੀਕ ਹੈ। ਬਾਕੀ ਹੋਰ ਕਾਫੀ ਸਾਰੀਆਂ ਨੇ ਸਾਡੇ ਆ ਵਿੱਚ ਭਰਾ ਨੇ ਜਿਹੜੇ ਸੋਚਦੇ ਨੇ ਕਿ ਉੱਥੇ ਉਹ ਅੰਜ ਨੇ ਕਿ ਉਹਨਾਂ ਦੇ ਲਿਬਾਸ ਗੰਦੇ ਨੇ ਤੇ ਉਹ ਬੜੇ ਕੋਈ ਗੰਦੇ ਜਿਹੇ ਨੇ। ਨਹੀਂ, ਕਾਫੀ ਚੀਜ਼ਾਂ ਨੇ ਜਿਹੜੀਆਂ ਨਹੀਂ ਆ ਉਹਨਾਂ ਦੇ ਵਿੱਚ। ਔਰ ਸਾਰਿਆਂ ਨਾਲੋਂ ਵੱਡੀ ਚੀਜ਼ ਨਾ, ਅਸੀਂ ਇੱਥੇ ਐਡ ਚੱਲਦੇ ਨੇ, ਉੱਤੇ ਲਿਖਿਆ ਹੁੰਦਾ ਕਿ ਮਾਂ ਕੇ ਸਾਥ ਗਲਤ ਕੰਮ ਜਾਂ ਬੈਨ, ਉਹ ਚੀਜ਼ ਨਹੀਂ ਹੈ ਯੂਰਪ ਦੇ ਵਿੱਚ। ਮੈਂ ਜਿਤਨਾ ਕੁ ਮੈਂ ਵੇਖਿਆ, ਮੈਂ ਜਾਣਿਆ ਆਪਣੇ ਤਜਰਬੇ ਦੀ ਬੁਨਿਆਦ ਤੇ, ਉਹ ਮੈਂ ਕਨਫਰਮ ਕਹਿਣਾ ਕਿ ਮੈਂ ਨਹੀਂ ਇਹ ਚੀਜ਼ ਉਹਨਾਂ ਦੀ। ਠੀਕ ਹੈ। ਜਿਤਨੀ ਮਾਂ ਦੀ ਉਹ ਇੱਜ਼ਤ ਕਰਦੇ ਨੇ ਸਾਡੇ ਵੀ ਏਡੇ, ਅਸੀਂ ਵਿੱਚ ਬੜੇ ਘੱਟ ਜੀਆਂ ਜਿਹੜੀ ਕਰਦੇ ਹਾਂ। ਠੀਕ ਹੈ, ਵਿੱਚ ਉਹਦੇ ਵੀ ਹੈ ਨੇ ਬਦਬਖਤ ਜਿਹੜੇ ਨਹੀਂ ਕਰਦੇ। ਮੈਂ ਉਹ ਵੀ ਵੇਖੇ ਨੇ ਜਿਹੜੇ ਮਾਂ ਪਿਓ ਦੀ ਇੱਜ਼ਤ ਨਹੀਂ ਕਰਦੇ, ਉਹਨਾਂ 'ਚ ਵੀ ਇਹ ਨਹੀਂ ਕਿ ਉੱਥੇ ਵੇਖੇ ਨਹੀਂ ਕਿ ਸਾਰੇ ਮਾਂ ਪਿਓ ਦੀ ਇੱਜ਼ਤ ਕਰਦੇ ਨੇ। ਹਾਂਜੀ, ਉੱਥੇ ਵੀ ਹਨ, ਲੇਕਿਨ ਵਿੱਚ ਬੜੇ ਨੇ ਜਿਹੜੇ ਸਾਡੇ ਨਾਲ ਵੀ ਅਸੀਂ ਵੀ ਉਹਦੀ ਇੱਜ਼ਤ ਨਹੀਂ ਕਰ ਸਕਦੇ ਜਿੰਨੀ ਉਹ ਕਰਦੇ ਨੇ। ਮੁਲਕ ਵਿੱਚ ਵੀ ਨਹੀਂ ਉਹ ਕਾਨੂੰਨ ਜਿਹੜੇ ਉਹਨਾਂ ਬਣਾਏ ਨੇ, ਉਹ ਕਾਨੂੰਨ 'ਤੇ ਅਮਲ ਕਰਦੇ ਨੇ। ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਆਲਾ ਅਨਹੁ ਦੇ, ਜਿਹੜੀ ਅਸੀਂ ਕਹਿੰਦੇ ਹਾਂ ਬੱਚਿਆਂ ਨੂੰ ਪੈਸੇ ਲੱਭਦੇ ਨੇ ਜਾਂ ਪੈਨਸ਼ਨ ਲੱਭਦੀ ਹੈ, ਉਹ ਸਾਰਾ ਕਾਨੂੰਨ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਆਲਾ ਇਸਲਾਮੀ ਕਾਨੂੰਨ ਨਾਲ 'ਤੇ ਅਮਲ ਕਰਦੇ ਨੇ। ਸਾਡੇ ਮੁਲਕ 'ਚ ਇਸਲਾਮੀ ਕਾਨੂੰਨ ਦੀ ਗੱਲਬਾਤ ਹੀ ਕੋਈ। ਇਟਲੀ ਹੁਣ ਮੈਂ ਅਲਹਮਦੁਲਿਲਾ ਗਿਆ, ਮੈਂ ਪੇਪਰ ਵੀ ਜਲਦੀ ਮਿਲ ਗਿਆ ਸਾਨ, ਹੁਣ ਕੰਮ ਦੇ ਵੀ ਬਿਹਤਰੀਨ ਨਿਜ਼ਾਮ ਹੈ ਜੀਆਂ ਦੀ। ਮੈਂ ਆਪਣੀ ਉਹ ਚੀਜ਼ ਘਰ ਬੰਦਾ ਜੇ ਆਪਣੀ ਜ਼ਾਤ ਤੱਕ ਦਾ ਲਾਏ ਤੇ ਮੇਰੇ ਵਾਸਤੇ ਇਟਲੀ ਬੈਸਟ ਹੈ। ਤੁਹਾਨੂੰ ਵੀ ਕਿਸ ਤਰ੍ਹਾਂ ਮਿਲ ਗਿਆ ਸਾਨੀ ਨਾਲ? ਤੁਸੀਂ ਕਹਿੰਦੇ ਹਰ ਬੰਦੇ ਕੋਈ ਕਹਾਣੀ ਸੁਣਾਉਂਦੇ, ਤੁਹਾਡਾ ਕੀ ਤਰੀਕਾਰ ਹੋਇਆ? ਕਿਸ ਤਰ੍ਹਾਂ ਪੇਪਰ ਮਿਲ ਗਿਆ ਤੁਹਾਨੂੰ? ਜੀ, ਮੈਂ ਤੇ ਸਭ ਤੋਂ ਵੱਡੀ ਚੀਜ਼ ਹੈ ਕਿ ਦੁਆ ਹੁੰਦੀ ਹੈ। ਜੀ ਜੀ, ਮੈਂ ਜ਼ੱਤ ਤੋਂ ਤੁਹਾਡੇ ਸਮਝ ਨਾਲ ਤੁਹਾਡਾ ਲੱਕੀ ਬੰਦੇ ਹੋ ਮਾਸ਼ਾਅੱਲਾ, ਬੜੀ ਜਲਦੀ। ਮੈਂ ਤੇ ਜੀ ਕੁਝ ਵੀ ਆਮ ਕਾਫੀ ਸਾਰੇ ਦੁਨੀਆ ਦੇ ਨੇ, ਲੇਕਿਨ ਮੈਂ ਇੱਕ ਚੀਜ਼ ਕਰਾਂਦਾ ਕਿ ਮੈਨੂੰ ਕੋਈ ਸ਼ੱਕ ਨਹੀਂ ਕਿ ਰੱਬ ਕਰਮ ਕੀਤਾ, ਲੇਕਿਨ ਮੈਂ ਖੁਸ਼ਕਿਸਮਤ ਵੀ ਆਇਆ ਕਿ ਜਿਨ ਪੇਪਰ ਵੀ ਲੱਭੇ ਨੇ, ਕੰਮ ਵੀ ਬਿਹਤਰੀਨ ਹੈ। ਲੇਕਿਨ ਮੈਂ ਇੱਕ ਗੱਲ ਆਪਣੇ ਬਦਬਖਤ ਵੀ ਕਹਿਣਾ ਕਿ ਜੇ ਸਮਾਜ ਜਨਮ ਦਿੱਤਾ ਹੁੰਦਾ ਉਸ ਜਿਸੇ ਬੰਦਾ ਉਹਦਾ ਜਨਾਜ਼ਾ ਨਾ ਪੜ੍ਹ ਸਕੇ ਤਾਂ ਉਹਦੀ ਹੋ ਕੇ ਉਹ ਨਹੀਂ ਹੁੰਦੀ। ਲੇਕਿਨ ਆਸਾਨ ਲੋਕਾਂ ਨੂੰ ਬੜੇ ਘਾਟਾਂ ਦੇ ਅੰਦਰ ਆਉਂਦੀ। ਅਸੀਂ ਹੁਣ ਅਕਸਰ ਉੱਥੇ ਦੋਸਤ ਬੈਠੇ ਹੁੰਦੇ ਤੇ ਕਰਦੇ ਨੇ, ਮੈਂ ਨਾ ਯਾਰ ਤੁਸੀਂ ਕਹਿੰਦੇ ਲੇਕਿਨ ਮੇਰੇ ਅੰਦਰ ਵਾੜ ਕੇ ਨਾ ਹੋਣਾ ਵੇ। ਤੇ ਬਿਲਕੁਲ ਜਨਾਬ, ਇਹ ਨੇ ਖੁਰਮ ਇਫਤਖਾਰ ਸਾਹਿਬ, ਮੇਰੇ ਬੜੇ ਪਿਆਰੇ ਦੋਸਤ ਨੇ, ਮੇਰੇ ਭਾਈ ਨੇ, ਤੇ ਇਸ ਨੇ ਗੱਪਸ਼ਪ ਕੀਤੀ ਹੈ ਇਟਲੀ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਜਾਣ ਦੇ ਮਾਮਲੇ ਮਸਾਇਲ ਹੁੰਦੇ ਨੇ ਤੇ ਇਟਲੀ ਜਾ ਕੇ ਕਿਹੜੇ ਮਸਾਇਲ ਪੇਸ਼ ਹੁੰਦੇ ਨੇ ਉਹਦਾ ਹੱਲ ਕੀ ਹੈ, ਗੁਫ਼ਤਗੂ ਕੀਤੀ ਹੈ। ਤੇ ਬਾਕੀ ਭਾਈ ਕਮੈਂਟ ਕਰਕੇ ਜ਼ਰੂਰ ਆਪਣੀ ਰਾਏ ਦਾ ਇਜ਼ਹਾਰ ਕਰੋ। ਤੇ ਇਸ ਦੇਸੀ ਮਾਹੌਲ ਆਪਣੇ ਹਵਾਲੇ ਨਾਲ ਚੈਨਲ ਬਣਾਏ ਹੈ ਤੇ ਇਨਸ਼ਾਅੱਲਾ ਇਸੇ ਮੁਖਤਲਿਫ ਟਾਪਿਕ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਰਹਾਂਗੇ। ਇਸ ਨਾਲ ਤੁਹਾਡੇ ਗੁਜ਼ਾਰਿਸ਼ ਚਾਹਾਂਗੇ। ਖੁਦਾ ਹਾਫਿਜ਼।